सो बजे ਆਪਾਂ P block start करना है। देखो ਜਿਹੜੇ ਆਪਾਂ ਬੇਸਿਕ ਕਨਸੈਪਟਸ ਇੱਥੇ ਕਰਾਂਗੇ ਦੇ ਵਿਲ ਬੀ ਹੈਲਪਫੁਲ ਇਨ 10+2 ਠੀਕ ਹੈ। ਤੇ ਪੂਰੀ ਦੀ ਪੂਰੀ ਇਨਆਰਗੈਨਿਕ ਹੈ ਜਿਹੜੀ ਬਲਕ ਆਫ ਦ ਇਨਆਰਗੈਨਿਕ ਇਜ਼ ਇਨ 10+2 +1 ਤਾਂ ਸਿਰਫ ਇੰਟਰੋਡਕਸ਼ਨ ਹੈ ਹਾਈਡਰੋਜਨ S block P block ਤੇ ਇਸ ਸਾਲ ਡਿਊ ਟੂ ਕੋਵਿਡ ਉਹ ਜਮੇ ਇੰਟਰੋਡਕਸ਼ਨ ਰਹੇਗੀ ਕਿਉਂਕਿ ਕੰਪਾਊਂਡ ਸਾਰੇ ਕਟਵਾਤੇ। ਜੇ ਹੁਣ ਆਪਾਂ P blocks ਕਰੀਏ ਬੋਰੋਨ ਐਲੂਮੀਨੀਅਮ ਕਾਰਬਨ ਦੇ ਜਿੰਨੇ ਵੀ ਕੰਪਾਊਂਡਸ ਹੈ ਦੇ ਆਰ ਮੋਸਟਲੀ 70 to 80% ਆਊਟ ਆਫ ਸਿਲੇਬਸ। ਤਾਂ ਆਪਾਂ ਨੇ ਸਿਰਫ ਪ੍ਰੋਪਰਟੀਜ਼ ਕਰਨੀ ਹੈ ਜਿਹੜੀਆਂ ਕਿ ਆਪਾਂ ਪੀਰੀਓਡਿਕ ਟੇਬਲ 'ਚ ਵੀ ਕਰਦੇ ਹਾਂ ਕਿ ਨੀਚੇ ਆਉਂਦੇ ਵਕਤ ਰਾਈਟ ਤੇ ਜਾਂਦੇ ਵਕਤ ਕਿਹੜੀ ਪ੍ਰੋਪਰਟੀ ਵੱਧਦੀ ਹੈ ਕਿਹੜੀ ਘਟਦੀ ਹੈ। ਪਹਿਲਾਂ ਕੁਝ ਜਨਰਲ ਚੀਜ਼ਾਂ ਸਿੱਖ ਲਓ ਹੁਣ ਧਿਆਨ ਨਾਲ ਠੀਕ ਹੈ ਕਿਉਂਕਿ ਆਪਾਂ ਨੂੰ +2 ਚ ਬਹੁਤ ਹੈਲਪ ਕਰਨਗੀਆਂ ਤੇ ਆਪਾਂ ਨੂੰ +2 ਵਾਲੇ ਇਹ ਨਾ ਲੱਗੇ ਮੈਨੂੰ ਵੀ ਆਪਾਂ ਇੱਕ ਫਰੈਸ਼ ਸਟੂਡੈਂਟ ਨੂੰ ਪੜ੍ਹਾ ਰਹੇ ਹਾਂ ਠੀਕ ਹੈ ਨਾ। ਸੋ ਦੇਖੋ ਆਪਣੇ ਕੋਲ P ਬਲੌਕ ਦੇ ਵਿੱਚ ਕੀ ਕੁਝ ਹੈ ਬੋਰੋਨ ਐਲੂਮੀਨੀਅਮ ਗੈਲੀਅਮ ਇੰਡੀਅਮ थैलियम एलिमेंट्स तो याद है ना अपन सारा। चलो लेट्स सी है ना। सो ग्रुप 14 इज कार्बन कार्बन सिलिकॉन जर्मेनियम बोलो आगे टिन एंड लेड ठीक है। नाइट्रोजन phosphorus arsenic antimony bismuth ठीक है। ऑक्सीजन सल्फर सेलेनियम हाँ जी टेल्यूरियम गुड पोलोनियम ठीक है। क्लोरीन क्लोरीन ब्रोमीन आयोडीन एस्टरीन हीलियम नियॉन आर्गन क्रिप्टन xenon radon ठीक है। सो दिस इज योर P block ठीक है राजे। सिर्फ आ दो लाइंस +1 च बाकी सारा +2 च ठीक है। पूरा का पूरा D एंड F ब्लॉक भी +2 च हाँ जी। हुन जनरल इलेक्ट्रॉनिक कॉन्फ़िगरेशंस देखो राजे ए ग्रुप 13 है ग्रुप 14 15 16 17 and 18 done। Is the outer shells there are 3 electrons 4 5 6 7 and shell is complete 8 ठीक है हाँ जी। ਹੁਣ जनरल इलेक्ट्रॉनिक कॉन्फ़िगरेशन इसकी कॉन्फ़िगरेशन की है NS2 NP1 तीन इलेक्ट्रॉन दिए बाद ठीक है। NS2 NP1 ਇਹਦਾ मतलब ਕੀ ਹੈ ਦੇਖੋ हाँ जी। बोरॉन ਦੀ कॉन्फ़िगरेशन ਕੀ ਹੁੰਦੀ ਹੈ एटॉमिक नंबर 5 1s2 2s2 2p1 एल्यूमीनियम ਦੀ 1s2 एटॉमिक नंबर कितना है 13 1s2 2s2 2p6 3s2 3p1 similarly gallium 4s2 4p1 5s2 5p1 6s2 6p1 so general configuration की बन गई ns2 np1 so similarly carbon family ns2 np2 ns2 np3 ns2 np4 ns2 np5 and finally ns2 np6 done raje clear just follow rahe hun dekho rahe ਜਿਹੜੀ ਚੀਜ਼ ਸਮਝਣ ਵਾਲੀ ਹੈ ਫਰਸਟ मैं नाइट्रोजन फैमिली ਨੂੰ ਬਿਹਾਫ ਤੇ ਰੱਖ ਕੇ ਇਹ ਸਾਰਾ ਐਕਸਪਲੇਨ ਕਰੂੰਗਾ ਵਾਈ ਕਿਉਂਕਿ ਜਦੋਂ ਆਪਾਂ +2 ਚ P ਬਲੌਕ ਸਟਾਰਟ ਕਰਾਂਗੇ ਆਪਾਂ ਨਾਈਟ੍ਰੋਜਨ ਤੋਂ ਹੀ ਸ਼ੁਰੂ ਕਰਾਂਗੇ ਤੇ ਮੈਂ ਨਾਈਟ੍ਰੋਜਨ ਨੂੰ ਬੇਸ ਰੱਖ ਕੇ ਐਕਸਪਲੇਨ ਕਰ ਰਹੇ ਹਾਂ ਨਾਈਟ੍ਰੋਜਨ ਗਰੁੱਪ ਨੂੰ। ਇਹਨਾਂ ਦੇ ਆਨਸਰਸ ਤੁਸੀਂ ਮੈਨੂੰ ਖੁਦ ਦੇ ਦਿਓ ਠੀਕ ਹੈ। आ जाओ बेटे हाँ बोल
ਮੈਂ ਪੁੱਛ ਰਹੀ ਕਾਰਬਨ ਵਾਲੀ ਫੈਮਿਲੀ ਨੂੰ ਯਾਦ ਕਰਨ ਵਾਲੀ ਇੱਕ ਰਾਈਮ ਕੀ ਸੀਗੀ ਆ ਜਾਓਗੇ। ਸੋ ਮੈਂ ਨਾਈਟ੍ਰੋਜਨ ਫੈਮਿਲੀ ਨੂੰ ਬੇਸ ਰੱਖ ਕੇ ਠੀਕ ਹੈ ਐਕਸਪਲੇਨ ਕਰ ਰਿਹਾ ਹਾਂ। ਸੋ ਦੇਖੋ compounds like for example PCl5 ਤੇ PCl3 ਇਹ ਸੁਣਿਆ ਹੋਗਾ ਤੁਸੀਂ ਹੈ ਨਾ। ਕਦੇ ਵੀ ਤੁਸੀਂ PCl2 PCl4 PCl6 ਸੁਣਿਆ ਨਹੀਂ ਸੁਣਿਆ ਆਪਾਂ ਨੇ ਹੈ ਨਾ। ਹਮੇਸ਼ਾ ਆਪਾਂ PCl3 ਤੇ PCl5 ਸੁਣਦੇ ਹਾਂ। ਡਨ। ਉਹਦਾ ਰੀਜ਼ਨ ਕੀ ਹੈ ਕਿ ਜਦੋਂ ਆਹ ਤਿੰਨ ਇਲੈਕਟ੍ਰॉन्स ਇਕੱਲੇ ਪਾਰਟਿਸਿਪੇਟ ਕਰਨਗੇ ਤਾਂ ਕੰਪਾਊਂਡ ਵਿਲ ਬੀ PCl3। ਜਦੋਂ ਇਹ ਪੰਜੋਂ ਪਾਰਟਿਸਿਪੇਟ ਕਰਨਗੇ ਤਾਂ ਕੰਪਾਊਂਡ ਵਿਲ ਬੀ PCl5। ਈਜ਼ੀ ਕਿ ਨਹੀਂ और डन के नहीं ठीक है। नाउ अच्छा सिमिलरली देखो ऑक्सीजन फैमिली की सी NH2 NP4 तो इस करके सल्फर अपन ਨੂੰ ਹਮੇਸ਼ਾ ਜਾਂ ਤਾਂ SF4 ਮਿਲਦਾ ਹੈ ਜਾਂ SF6। ਸल्फर अपन ਨੂੰ ਕਦੇ ਵੀ SF3 ਜਾਂ SF5 ਨਹੀਂ ਮਿਲੂਗਾ ਠੀਕ ਹੈ ਕਿਉਂਕਿ ਜਾਂ ਤਾਂ ਆ ਚਾਰ ਪਾਰਟਿਸਿਪੇਟ ਕਰਨਗੇ ਜਾਂ 6 ਦੇ 6 ਪਾਰਟਿਸਿਪੇਟ ਕਰਨਗੇ। ਚਲੋ ਹੁਣ ਆਪਾਂ ਮੁੱਦੇ ਤੇ ਆਈਏ। लाइक फॉर एग्जांपल ਹੁਣ ਤੁਸੀਂ ਆਨਸਰ ਦੇ ਦਿਓ ਮੈਨੂੰ ਕਿਉਂਕਿ ਤੁਸੀਂ ਤਾਂ ਪੁੱਛਿਆ ਤਾਂ ਆਦਰ ਦੇ ਯਾਰ ਜੇ ਝਾਕ ਪਿਆ ਫਿਰ ਕੀ ਹੋ ਗਿਆ ਕਲਾਸ ਨਹੀਂ ਬੋਲੀ ਦਾ ਹੁੰਦਾ ਯਾਰ ਫਿਰ ਕੀ ਹੋ ਗਿਆ ਬਾਹਰ ਜਾ ਕੇ ਪੁੱਛ ਲਈ ਉਹਨੂੰ ਵੀ ਕੀ ਹੋਇਆ। ਹਾਂ ਸੋ ਦੇਖੋ ਜੀ PCl3 phosphorus is atomic number 15 ठीक है 1s2 2s2 2p6 3s2 3p3 ਜੇ ਆਪਾਂ ਜਨਰਲੀ ਜਿਵੇਂ ਤੁਸੀਂ 10th ਤੱਕ ਪੜ੍ਹਦੇ ਆ ਰਹੇ ਹੋ ਉਵੇਂ ਵੀ ਲਿਖੀਏ ਤਾਂ 285 ਫਾਸਫੋਰਸ ਨੂੰ ਕਿੰਨੇ ਇਲੈਕਟ੍ਰॉन्स ਦੀ ਲੋੜ ਹੈ 3 ਹਲੋ ਸੋ ਦਿਸ ਇਜ਼ ਫਾਸਫੋਰਸ ਜਿਹਦੇ ਕੋਲ 5 ਇਲੈਕਟ੍ਰॉन ਸੀ ਉਹਨੇ 3 ਇਲੈਕਟ੍ਰॉन ਇੱਕ ਕਲੋਰੀਨ ਨਾਲ ਸ਼ੇਅਰ ਕੀਤੇ ਐਂਡ ਉਸਦੇ ਕੋਲ 8 ਇਲੈਕਟ੍ਰॉन्स ਪੂਰੇ ਹੋ ਗਏ 2 4 6 ਐਂਡ 8 ਠੀਕ ਹੈ। ਹੁਣ ਆਪਾਂ ਆਰਬਿਟਲੀ ਸਮਝਾ ਰਹੇ ਹਾਂ। ਦੇਖੋ ਇਹਦੇ ਆ ਉਸਦੀ ਆਊਟਰ ਇਲੈਕਟ੍ਰੋਨਿਕ ਕਨਫਿਗਰੇਸ਼ਨ ਹੈ। ਡਨ। 3 ਕਲੋਰੀਨਸ ਆਈਆਂ ਤਿੰਨਾਂ ਨੇ ਇੱਕ ਇਲੈਕਟ੍ਰॉन ਕੀ ਕਰ ਲਿਆ ਉਸਦੇ ਨਾਲ शेयर ਤੇ ਫਾਸਫੋਰਸ ਵੀ ਕੰਪਲੀਟ ਹੋ ਗਿਆ। ਕਲੋਰੀਨ ਦੇ ਆਊਟਰ ਸ਼ੈਲ ਚ ਕਿੰਨੇ ਇਲੈਕਟ੍ਰॉन्स ਹੁੰਦੇ ਆ 7 ਕਲੋਰੀਨਸ ਵੀ ਪੂਰੀਆਂ ਹੋ ਗਈਆਂ। ਡਨ ਔਰ ਠੀਕ ਹੈ ਰਾਜੇ। ਹੁਣ ਦੇਖੋ ਦੋ ਕਲੋਰੀਨਸ ਹੋਰ ਆਏ ਜਿਨ੍ਹਾਂ ਕੋਲ 7 ਇਲੈਕਟ੍ਰॉन ਸੀ ਉਹਨਾਂ ਨੇ ਆਪਣੇ ਆਊਟਰ ਸ਼ੈਲ ਕੰਪਲੀਟ ਕਰਨੇ ਸੀ PCl5 ਵਾਂਗੂ ਬਟ ਫਾਸਫੋਰਸ ਦਾ ਆਊਟਰ ਸ਼ੈਲ ਕੰਪਲੀਟ ਹੋ ਚੁੱਕਿਆ ਆਲਰੇਡੀ। ਮੇਰੀ ਗੱਲ ਨੂੰ ਸਮਝ ਰਹੇ ਕਿ ਨਹੀਂ ਲਖਵੀਰ देखो फास्फोरस का आउटर शेल कंप्लीट हो गया ना वो दो क्लोरीन्स ने अपना आउटर शेल पूरा करना है फिर फास्फोरस इलेक्ट्रॉन्स क्यों शेयर करूंगा वो तो आउटर शेल पूरा हो चुका है ठीक है। हाँ जी क्लोरीन उसको फोर्स कर सकता है इलेक्ट्रॉन्स शेयर करने लगी यस ऑफ कोर्स ताइयो PCl5 बन रहे हैं क्यों शेयर कर सक क्यों फोर्स कर सकता है MTTR because chlorine is a stronger non-metal as compared to phosphorus। chlorine ਦੀ electronegativity बेटा pH 5 नहीं मिलना तेनू pH 3 मिलूगा pH 5 नहीं मिलूगा। उदों भी phosphorus कोले d orbitals हैगे है but hydrogen is a weaker non-metal as compared to phosphorus। ਜਦੋਂ phosphorus ਦੀ ਲੋਡ ਪੂਰੀ ਹੋਗੀ phosphorus ਉਦੋਂ ਮੁੜ ਕੇ ਨਹੀਂ ਕੁਝ ਕਰੂਗਾ ਉਹਦੇ ਨਾਲ ਠੀਕ ਹੈ ਨਾ। ਹੁਣ ਦੇਖੋ ਇਹਦੇ PCl3 बन गया दो क्लोरीन्स हो रहा है ठीक है और दोनों क्लोरीन्स ने भी अपना आउटर शेल कंप्लीट करना है बट फास्फोरस इज ऑलरेडी कंप्लीट तो जे क्लोरीन्स ओनू फोर्स करेंगे तो फास्फोरस विल शेयर इट्स 2 इलेक्ट्रॉन्स रीजन बीइंग फास्फोरस इज वीक एंड क्लोरीन इज स्ट्रांग। क्लोरीन इज मोर इलेक्ट्रोनेगेटिव एज कंपेयर टू फास्फोरस। हुन देखो बट ਹੁਣ ਦੂਸਰਾ ਮੁੱਦਾ ਇਸ ਜਿਹੜਾ ਤੂੰ ਕਹਿ ਰਿਹਾ ਇਹਦੇ ਕੋਲ ਸ਼ੇਅਰ ਕਰਨ ਲਈ ਕੁਝ ਹੈ ਹੀ ਨਹੀਂ 2 ਇਲੈਕਟ੍ਰॉन्स ਇਹਦੇ ਕੰਪਲੀਟ ਹੈ
बटे की करूंगा ਇਹਦੇ ਕੋਲ 3d ऑर्बिटल जमा खाली पए है सो एक इलेक्ट्रॉन इथों एक्साइट होके इतना जा जाऊगा ਹੁਣ ਇਹਦੇ ਕੋਲ ਦੋ ਦੀ ਸਪੇਸ ਹੋਗੀ ਕਿ ਨਹੀਂ ਸੋ ਕਲੋਰੀਨ ਆਊਗੀ ਐਂਡ ਇਲੈਕਟ੍ਰॉन ਸ਼ੇਅਰ ਕਰ ਲੂਗੀ ਸੋ PCl3 ਵੀ ਹੁੰਦਾ ਆਪਣੇ ਕੋਲ PCl5 ਵੀ ਹੁੰਦਾ आई होप क्लियर पहला पॉइंट PCl3 ਤੇ PCl5 दोनों एग्जिस्ट करते हैं ठीक है ਹੁਣ ਆਪਾਂ ਵਾਪਸ ਜਾਂਦੇ ਹਾਂ ਨਾਈਟ੍ਰੋਜਨ ਕੋਲੇ ਆਜੋ ਜ਼ਰਾ ਬਸ ਫਾਸਫੋਰਸ ਨੂੰ ਨਾਈਟ੍ਰੋਜਨ ਦੇ ਨਾਲ ਰਿਪਲੇਸ ਕਰ ਦਿਓ ਦੇਖੋ नाइट्रोजन 2,5 यही हो गया ना एटॉमिक नंबर 7 बस इत्थे की हो जाऊगा आ चीज मिट जूगी 2p3 so 2s2 and 2p3 ਆਪਾਂ क्लोरीन तो भी स्ट्रॉन्ग नॉन मेटल ले लेते हैं वैसे तो क्लोरीन ते नाइट्रोजन लगभग बराबर होंगे ने थोड़ा जिहा क्लोरीन ज्यादा होता है ਆਪਾਂ क्लोरीन तो भी स्ट्रॉन्ग ले लेते हैं ਆਪਾਂ फ्लोरीन लेते हैं इत्थे स्ट्रॉन्गेस्ट नॉन मेटल इन द पीरियोडिक टेबल सो आ सीन बन गया अपने कोले डन तीन फ्लोरीन्स आए तिन्ना ने एक एक इलेक्ट्रॉन शेयर किया ते अपने कोल की क्रिएट हो गया राजे NF3 डन है कि नहीं दो फ्लोरीन्स हो आ गए जेडे कि बहुत स्ट्रॉन्ग नॉन मेटल्स है लखवीर NF5 बन जाऊगा कि नहीं ना 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 इधर उधर ना जा बोर्ड करनी NF5 बन जाऊगा कि नहीं सतवीर अमित क्यों रहे की खास गल है क्योंकि फिर ਉਹਦੇ ਕੋਲ ਬਾਹਰ ਐਕਸਟਰਾ ऑर्बिटल्स नहीं है ओ ग्रेट ठीक है सो ਹੁਣ ਦੇਖੋ ਆਪਾਂ ਨੇ ਇੰਨਾ ਸਟਰੋਂਗ ਨਾਨ ਮੈਟਲ ਲੈਤਾ ਹੈ ਬਟ ਜਿੰਨਾ ਮਰਜ਼ੀ ਸਟਰੋਂਗ ਨਾਨ ਮੈਟਲ ਹੋਵੇ ਠੀਕ ਹੈ 2d ऑर्बिटल्स ਤਾਂ ਅਜੇ ਹੁੰਦੇ ਹੀ ਨਹੀਂ ਨਾ ਸੋ ਨਾਈਟ੍ਰੋਜਨ ਆਪਣੀ ਵੈਲੈਂਸੀ ਨੂੰ 5 ਤੱਕ ਨਹੀਂ ਲੈ ਕੇ ਜਾ ਸਕਦਾ ਡਿਊ ਟੂ ਦ ਐਬਸੈਂਸ ਆਫ d ऑर्बिटल्स और डन के नहीं पल्ले पै गई गल के नहीं देखो ये सिंपल जी गल है जे एक बंदा है ना देखो वैसे पेपर जब रियल लाइफ से लेके चलिए जे सपोज एक बंदे ने किसी दे पैसे नप्पे हुए हैं ठीक है ना तो ਆਪਾਂ ਨੂੰ ਪੈਸੇ ਕਢਾਉਣ ਲਈ ਕੀ ਚਾਹੀਦਾ ਹੁੰਦਾ ਹੈ ਇੱਕ ਸਟਰੋਂਗ ਜਿਹਾ ਬੰਦਾ ਉਹ ਪੈਸੇ ਆਪਣੇ ਆਪ ਕਢਵਾ ਕੇ ਦੇ ਦੂਗਾ ਠੀਕ ਹੈ ਬਟ ਪੈਸੇ ਨੱਪੇ ਵੀ ਬੈਠਾ ਹੈ ਤੁਹਾਡੇ ਕੋਲ ਬੰਦਾ ਵੀ ਸਟਰੋਂਗ ਹੈਗਾ ਬਟ ਜਿਹਦੇ ਕੋਲ ਪੈਸੇ ਨਹੀਂ ਹੈ ਕੀ ਦੇਊਗਾ ਉਹ ਕਹੂਗਾ ਭਾਈ ਛਾਣ ਲਓ ਇਧਰ ਨੂੰ ਦੇਖ ਲਓ ਜੇ ਕਿਤੇ ਮਿਲਦੇ ਆ ਇੱਥੇ ਆਉਂਦੇ ਤਾਂ ਲੈ ਜਾਓ no है कि नहीं so nitrogen does not have the empty d orbitals और डन है yes sir लास्ट ਹੁਣ ਆਪਾਂ ਤੇਰੇ ਵਾਲੇ ਕੁਐਸਚਨ ਤੇ ਆ ਜਾਂਦੇ ਹਾਂ ਕਿ ਸਰ d orbitals ਹੈਗੇ ਹੈ ਨਾ ਸੋ ਆਪਣੇ ਕੋਲ pH3 ਹੁੰਦਾ ਹੈ ਬਟ pH5 ਨਹੀਂ ਹੁੰਦਾ ਠੀਕ ਹੈ ਤਾਂ ਇੱਥੇ ਆਪਣੇ ਕੋਲ ਫਾਸਫੋਰਸ ਕੋਲ d orbitals ਹੈਗੇ ਆ ਬਟ ਫਿਰ ਵੀ ਫਾਸਫੋਰਸ pH5 ਨਹੀਂ ਬਣਾਊਗਾ ਰੀਜ਼ਨ ਬੀਇੰਗ ਕਿ pH3 ਬਣਾ ਕੇ ਉਹ ਸਟੇਬਲ ਹੋ ਗਿਆ ਉਹਨਾਂ ਨੂੰ ਲੋੜ ਨਹੀਂ ਤੇ ਹਾਈਡਰੋਜਨ ਇਜ਼ ਅ ਵੀਕਰ ਨॉन ਮੈਟਲ ਉਹਨੂੰ ਫੋਰਸ ਵੀ ਨਹੀਂ ਕਰ ਸਕਦਾ ਲਾਸਟ ਸੁਣੀ ਚੱਲੋ ਰਾਜੇ ਇਹ ਕੰਪੈਰੀਜ਼ਨ ਕੁਐਸਚਨਸ ਆਉਂਦੇ ਹੀ ਆਉਂਦੇ ਆ ਹੁਣ ਦੇਖੋ ਹੁਣ ਧਿਆਨ ਨਾਲ ਸੁਣ ਲਓ वेरी इंपॉर्टेंट पॉइंट की हो गया वेरी इंपॉर्टेंट पॉइंट जो नाइट्रोजन है अपन ने कर लिया सिर्फ +3 शो करूंगी देखो -3 ਤਾਂ ਸਾਰੀ ਸ਼ੋ ਕਰਨਗੇ ਨਾ ਤਿੰਨ ਇਲੈਕਟ੍ਰॉन्स ਲੈਣਗੇ ਜਦੋਂ ਆਪਾਂ ਸਿਰਫ ਪਲੱਸ ਆਕਸੀਡੇਸ਼ਨ ਸਟੇਟਸ ਦੀ ਗੱਲ ਕਰ ਰਹੇ ਹਾਂ ਕਿ ਆਪਾਂ ਨੂੰ +1 ਸਿਰਫ ਇਹਨਾਂ ਦੀ ਲੋੜ ਹੈ ਹੁਣ ਦੇਖੋ ਨਾਈਟ੍ਰੋਜਨ +3 ਸ਼ੋ ਕਰੂਗੀ ਫਾਸਫੋਰਸ ਦੋਨੇ ਸ਼ੋ ਕਰੂ ਠੀਕ ਹੈ आर्सेनिक भी दोनों शो करूं एंटीमनी भी दोनों ही शो करूं बट बिस्मथ भी दोनों ही शो करूं चलो मुद्दे पे आ गया ये आई क्यों लिखा गया है फास्फोरस दे केस च ते आर्सेनिक दे केस च +5 ऑक्सीडेशन स्टेट वाले कंपाउंड ज्यादा स्टेबल होंगे समझ गए एंटीमनीज जाके दोनों की स्टेबिलिटी लगभग की हो जाएगी बराबर
ਬਿਸਮਤ ਤੱਕ ਜਾਂਦੇ ਜਾਂਦੇ +5 ਵਾਲਾ ਦੀ ਸਟੇਬਿਲਿਟੀ ਜਮਾ ਹੀ ਗਿਰ ਜੂਗੀ ਤੇ ਬਿਸਮਤ ਵਿਲ ਮੇਨਲੀ ਸ਼ੋ ਕੰਪਾਊਂਡਸ ਇਨ +3। ਇਸ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ? ਇਸ ਤੋਂ ਆਪਾਂ ਨੂੰ ਇਹ ਪਤਾ ਲੱਗ ਰਿਹਾ ਹੈ ਕਿ ਜਿਵੇਂ ਜਿਵੇਂ ਆਪਾਂ ਨੀਚੇ ਜਾ ਰਹੇ ਹਾਂ, ਜਿਹੜੇ ਆਹ s ਇਲੈਕਟ੍ਰੋਨਸ ਨੇ ਇਹਨਾਂ ਨੇ ਬੌਂਡ ਫਾਰਮੇਸ਼ਨ ਦੇ ਵਿੱਚ ਪਾਰਟਿਸਿਪੇਟ ਕਰਨਾ ਬੰਦ ਕਰਤਾ। ਠੀਕ ਹੈ, they have stopped participating in bond formation। ਸਮਝ ਆ ਗਈ ਗੱਲ ਦੇ? ਕੱਲੇ p ਇਲੈਕਟ੍ਰੋਨਸ ਪਾਰਟਿਸਿਪੇਟ ਕਰਨਗੇ ਤੇ +3 ਬਣ ਜਾਊਗਾ। ਡਨ ਹੈ ਔਰ ਡਨ ਕਿ ਨਹੀਂ? ਸੋ ਮੈਂ ਕਹਿ ਸਕਦਾ ਕਿ ਜਿਵੇਂ ਜਿਵੇਂ ਮੈਂ ਨੀਚੇ ਆ ਰਹੇ ਹਾਂ, ਜਿਹੜੇ s ਇਲੈਕਟ੍ਰੋਨਸ ਨੇ they have stopped participating, यानी कि जो s इलेक्ट्रॉन्स का पेयर है, दो इलेक्ट्रॉन्स ने, they have become inert towards bond formation, and this is known as inert pair effect। inert pair effect done। ਹੁਣ ਤਿੰਨ पैरेलल क्वेश्चंस है, देखो अपने को इधर देखो बजे तो क्वेश्चन आता है एग्जाम च कि PCl5 एग्जिस्ट करता है बट NCl5 एग्जिस्ट नहीं करता। ऐसे अपना आंसर की होगा ड्यू टू एब्सेंस ऑफ d ऑर्बिटल्स इन नाइट्रोजन। तो क्वेश्चन आता है PCl5 एग्जिस्ट करता है बट PH5 एग्जिस्ट नहीं करता ड्यू टू द लो इलेक्ट्रोनेगेटिविटी ऑफ हाइड्रोजन। तो क्वेश्चन आता है कि PCl5 एग्जिस्ट करता है बट नहीं, ये क्वेश्चन किਵੇਂ आऊगा? PCl5 is highly stable but BiCl5 is unstable due to inert pair effect। डरना है कि नहीं? और ठीक है, यही क्वेश्चन अपन ਨੂੰ ਕਿਵੇਂ ਆਊਗਾ? ਉਹ ਤਾਂ ਤੁਸੀਂ ਪੁੱਛਿਆ ਵੀ ਸੀ, ਹੁਣ ਸੁਣ ਲਓ। यही क्वेश्चन अपन ਨੂੰ ਕਿਵੇਂ ਆਊਗਾ कि BiCl5 is a very strong oxidizing agent। BiCl5 is a very strong oxidizing agent। क्यों? ਆਪਾਂ ਨੂੰ ਪਤਾ ਹੈ, ਆਪਾਂ ਕਹਾਂਗੇ ਕਿ ਇੱਥੇ ਬਿਸਮਥ is in +5 oxidation state but ਉਸਦੀ ਜ਼ਿਆਦਾ stable oxidation state is +3 और ਨਾਲ ਦੀ ਨਾਲ ब्रेकडाउन हो के +3 ਚ रिलीज हो जाएगा, रिड्यूस हो जाएगा। हाँ जी, हायर ऑक्सीडेशन स्टेट तो लोअर ऑक्सीडेशन स्टेट आना इज रिडक्शन। जो खुद होगा रिड्यूस, हाँ जी, जिन्होंने रिडॉक्स नहीं किया होया आप अगला चैप्टर रिडॉक्स ही करांगे। ठीक है, यदि खुद दी की होगी रिडक्शन, दूसरे नु की करूंगा ऑक्सीडाइज, सो इट इज एन ऑक्सीडाइजिंग एजेंट। डन और डन जी। वेरी इंपॉर्टेंट पार्ट जेड़ा बोर्ड ते लिखा है, इन्हां विचों एक ना एक क्वेश्चन सोनू +2 बोर्ड्स च कंफर्म डाउन। ठीक है, डन के नहीं? जब ਤੁਸੀਂ ਉਦੋਂ क्वेश्चन पूछा ਸੀ ਉਸ ਤੇ ਆਪਾਂ ਆਵਾਂਗੇ, ਇਹਦੇ ਨਾਲ ਹੀ ਰਿਲੇਟਡ ਹੈ। ਹੁਣ ਦੇਖੋ ਬਈ, ਹੁਣ ਤੁਸੀਂ ਦੱਸੋ ਫਟਾਫਟ, ਲੈਟਸ ਸੀ ਕਿ ਕੀ ਰੰਗ ਲਾਉਂਦੇ ਹੋ। ਹਾਂਜੀ ਬੇਟੇ, ਸੋ ਕਾਰਬਨ ਫੈਮਿਲੀ ਦੇ ਵਿੱਚ ਮੈਨੂੰ ਦੋ ਆਕਸੀਡੇਸ਼ਨ ਸਟੇਟਸ ਮਿਲਣਗੀਆਂ। ਜਸ਼ਨ ਕਿਹੜੀਆਂ ਕਿਹੜੀਆਂ? ਹੋਰ ਕੋਈ ਬੱਚਾ ਕੁਝ ਨਹੀਂ ਬੋਲੂਗਾ। जसप्रीत तू इधर उधर को झाकदा होंदा है, फिर घूर पै जाती है किधर। हाँ जी, नो आइडिया। बलजिंदर बहुत घैंट है रवनीत तो हैं। सुखमन बेटा ऑक्सीडेशन स्टेट्स पूछ रहे हैं। दो ऑक्सीडेशन स्टेट्स किहड़ियां बनणगीਆਂ जिवें नाइट्रोजन फैमिली च +3 ਤੇ +5 ਬਣੀਆਂ ਸੀ। बेटा सुखमन पता है? हाँ हाँ जी अरे एडा को रॉकेट नहीं चला रहे अपन, सामने सारा कुछ लिखा हुआ है। देख मैं फिर रिपीट करना है, ध्यान से सुन। ਉਹਨਾਂ ਦੀ ਕਨਫੀਗਰੇਸ਼ਨ ਸੀ NS2NP3। ਜਦੋਂ ਆ ਤਿੰਨ ਨੇ ਪਾਰਟਿਸਿਪੇਟ ਕੀਤਾ +3, ਜਦੋਂ ਪੰਜਾਂ ਨੇ ਪਾਰਟਿਸਿਪੇਟ ਕੀਤਾ +5। ਇੱਕ ਮਿੰਟ हाँ दर्शन +2 ਤੇ ਸਰ +4 डन के नहीं? सो +2 and +4
डन डन ठीक है। एक आंसर होर दे दो, ਜਿਹੜੇ टिन ते lead ने, टिन ते lead है, इन्हां दी ज्यादा स्टेबल ऑक्सीडेशन स्टेट जसदीप केड़ी होगी? सर +2 +2 ड्यू टू इनर्ट पेयर इफेक्ट। देखो ना एग्जांपल, ਜਦੋਂ कोई चीज ना समझ आवे ना हमेशा एग्जांपल लेके चलया करो। कार्बन कॉमन कंपाउंड है, ਆਪਾਂ ਨੂੰ CCl4 ਹੀ ਮਿਲਦਾ ਹੈ, CCl2 ਤਾਂ ਕਦੇ ਮਿਲਦਾ ਹੀ ਨਹੀਂ, ਜਦਕਿ ਲੈਡ ਦੇ ਵਿੱਚ ਆਪਾਂ ਨੂੰ PbCl2 ਮਿਲਦਾ ਹੈ ਤੇ ਬਹੁਤ ਚੰਗੀ ਤਰ੍ਹਾਂ ਮਿਲਦਾ ਹੈ। ठीक है हाँ जी। इस कंपाउंड ਦੀਆਂ ਆਵਲੀ ਫੈਮਿਲੀ ਦੀਆਂ ਦੋ ਆਕਸੀਡੇਸ਼ਨ ਸਟੇਟਸ ਆ। ਸੋ ਹੁਣ ਟਰਾਈ ਕਰੋ, ਤਿੰਨ ਤੇ ਇੱਕ, ਈਜ਼ੀ ਹੈ ਕਿ ਨਹੀਂ? ਥੈਲੀਅਮ ਦੀ ਜ਼ਿਆਦਾ ਸਟੇਬਲ ਆਕਸੀਡੇਸ਼ਨ ਸਟੇਟ ਰਜੇ ਕਿਹੜੀ ਹੋਊਗੀ? +1 ਐਂਡ ਡਨ। ਸੌਖਾ ਹੈ। ਹੁਣ ਯਾਦ ਆ ਗਿਆ ਕਿਹੜਾ ਕੁਐਸਚਨ ਪੁੱਛਿਆ ਸੀ? ਕਿਹੜਾ ਬਣਾ ਦੇ, ਕਿਹੜਾ क्वेश्चन रिपीट कर, क्वेश्चन तेरा याद मैनू है, गल बनी? जसप्रीत क्वेश्चन है बोलूगी, आंसर तू दे। हाँ जी रले पहले क्वेश्चन तो बोल रहे, डरना क्यों है? लग रही ऐसे तो नौबत ही नहीं होनी। हाँ जी, वाई लेड ऑक्साइड डाइऑक्साइड ठीक है। सो क्वेश्चन वाज, देखो ना सारा कुछ रिलेटेड ਹੁੰਦਾ है, बस ਆਪਾਂ ਨੂੰ लॉजिक्स क्लियर होने चाहिए ने। ठीक है, किहड़े स्कूल ਦਾ पेपर ਸੀ ਉਹ? रोजमेरी ठीक है। अच्छा अगेन आई रिपीट कि जेडे जेडे स्कूल्स दे पेपर्स होई जा रहे ने वो पेपर्स अजे सॉल्व कर दे रहो। सो देखो रे क्वेश्चन वाज PbO2 इज एन ऑक्सीडाइजिंग एजेंट। हां जसप्रीत आंसर। व्हाई मतलब क्वेश्चन ये है O4 आंसर तक वीडियो ठीक है ना। सो PbO4 ਇੱਥੇ +4 ਆਕਸੀਡੇਸ਼ਨ ਸਟੇਟ ਚ ਹੈ, ਜਦਕਿ ਉਹਦੀ ਜ਼ਿਆਦਾ ਸਟੇਬਲ ਆਕਸੀਡੇਸ਼ਨ ਸਟੇਟ ਕਿਹੜੀ ਹੈ? +2। ਉਹ ਨਾਲ ਦੀ ਨਾਲ +2 ਚ ਆਊਗਾ, ਖੁਦ ਕੀ ਹੋ ਜਾਊਗਾ? ਰਿਡਿਊਸ। ਦੂਜੇ ਨੂੰ ਕੀ ਕਰੂਗਾ? ਡਨ ਹੋ ਗਿਆ ਕਿ ਨਹੀਂ? ਸਿਮਿਲਰਲੀ ਜੇ ਇੱਥੋਂ ਕੁਐਸਚਨ ਆਣਾ ਹੋਵੇ ਤਾਂ ਇਹ ਆ ਜਾਊਗਾ ਕਿ ਥੈਲੀਅਮ ਟ੍ਰਾਈਕਲੋਰਾਈਡ ਜਾਂ Tl2O3 is an oxidizing agent। why? क्योंकि दोनों च थैलियम की है +3। इजी के नहीं? सौख है, ठीक कर लो ना। नाउ ओ इजी ठीक है। टाइम कितना अपने दोनों पास आएगा? 51 हैगा। हाँ जी रवि, हुन कुछ एक्सेप्शन सुन लो। मैं ਜਿਹੜੀਆਂ ਚੀਜ਼ਾਂ ਆਪਾਂ ਨੂੰ ਡਾਇਰੈਕਟ ਪਤਾ ਹੀ ਹੋਣੀਆਂ ਚਾਹੀਦੀਆਂ ਵਿਦਆਊਟ ਐਨੀ ਲੌਜੀਕ, ਜਿਹੜੀਆਂ ਕਿ ਐਗਜ਼ਾਮ 'ਚ ਡਾਇਰੈਕਟ ਆਉਂਦੀਆਂ ਨੇ, ਠੀਕ ਹੈ ਨਾ। बोरॉन, एल्यूमिनियम, गैलियम, इंडियम, थैलियम, कार्बन, सिलिकॉन, जर्मेनियम, टिन एंड लेड। डन। आगे बढ़े, देखो इन द पीरियोडिक टेबल ਆਪਾਂ ਕਹਿੰਦੇ ਹੁੰਦੇ ਆ ਫਸਟ ਆਫ ਆਲ ਆਪਾਂ ਕਹਿੰਦੇ ਹੁੰਦੇ ਆ ਕਿ ਕਮਿੰਗ ਡਾਊਨ ਇਨ ਦ ਪੀਰੀयोडिक टेबल जो मेटालिक करेक्टर है वो इंक्रीज होता है कि डिक्रीज? हाँ इंक्रीज। दो ही ऑप्शन आ रहे हैं, इंक्रीज ते डिक्रीज होने बोली जा रहे हैं। इंक्रीज मेटल्स लेफ्ट साइड पे है, देखो राइट साइड पे जाते वक्त मेटालिक करेक्टर विल डिक्रीज, नीचे आते वक्त मेटालिक करेक्टर विल इंक्रीज। So metallic character increases while coming down in a group, ये सबको पता है। Done। दूसरा size, atomic radius की होता है? Again increase, atomic radius increases while coming down in a group। Done। एक ये चीज है ना। ਹੁਣ सुनो दूसरा, ਜਦੋਂ ਆਪਾਂ ਕਹਿੰਦੇ ਹੁੰਦੇ ਆ मेटालिक ते नॉन मेटालिक करेक्टर, ठीक है। आप कहते हैं कि सोडियम इज अ मेटल, ठीक है। सब सोडियम तो शुरू होता है ना 2,8,1। व्हाई सोडियम इज अ मेटल रोनित? सर इलेक्ट्रॉन क्योंकि ਉਹਦੇ आउटर शेल ਚ ਇੱਕ इलेक्ट्रॉन है, वो रिलीज करूंगा एक इलेक्ट्रॉन। उस तो आगे मैग्नीशियम, व्हाई मैग्नीशियम इज अ मेटल?
वो 2 रिमूव करूंगा, एल्यूमीनियम 3 रिमूव करूंगा, सिलिकॉन इज अ मेटलॉइड क्योंकि विच विचारे आ गया 4, सिलिकॉन तो अगे किहड़ी एलिमेंट हुंदी है फास्फोरस, इट इज अ नॉन मेटल क्योंकि ਉਹਦੇ आउटर शेल च 5 इलेक्ट्रॉन्स है, so it will gain 3, सल्फर will gain 2, क्लोरीन will gain 1 and done। ठीक है, ਹੁਣ ਦੇਖੋ ਤੇ ਉਸ ਅਕੋਰਡਿੰਗ ਇਹ ਸਾਰੇ ਮੈਟਲਸ ਹੋਣੇ ਚਾਹੀਦੇ ਨੇ ਤੇ ਇਹ ਸਾਰੇ ਮੈਟਲॉइड्स, ਬਟ बोरॉन इज अ नॉन मेटल। ठीक है, these are your metalloids and thallium भी अपन metalloids ही गिन लेने हैं because it is a very 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 weak metal। so इस तो देखो फिर प्रूव हो रहा है कि metallic character is increasing, चाहे थोड़ा बहुत ही but still increasing। दूसरा, carbon is a non metal, silicon is a non metal, वैसे metalloid होता है इसलिए अपन कहते हैं वेरी वीक नॉन मेटल। जर्मेनियम एंड टिन आर मेटलॉइड्स, टिन इज इन फैक्ट अ वेरी 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 वीक मेटल, लेड इज अ प्योर मेटल। डन। ठीक है, जिवें जिवें अपन नीचे जाते हैं इलेक्ट्रोनेगेटिविटी नु की हुंदा रहे, गुड, डिक्रीज। ऊपर की पाए ने नॉन मेटल्स, नीचे की पाए ने मेटल्स। हुन देखो रे कुछ चीज़ां ध्यान नाल सुन लो, डायरेक्ट एक्सेप्शंस है सिर्फ इसे ग्रुप दे विच क्योंकि इत्थे आपां शिफ्ट मारदे हैं एस तो पी ब्लॉक च। ठीक है, सो ध्यान नाल सुनो, साइज गैलियम स्मॉलर देन एल्यूमिनियम, डायरेक्ट एक्सेप्शन। रीजन आप करांगे कल, बट अपन को सिर्फ सीधा कंफर्म्ड होना चाहिए। देखो जो एग्जाम च एमसीक्यूज च क्वेश्चन आंदा है ना कि चारों ऑप्शन से दोस्तों की केड़ी ऑप्शन गलत है, ते उत्थे लिखा होता है एल्यूमिनियम ग्रेटर देन गैलियम, तो नाल दी नाल टिक हो जाती है, नहीं होनी टिक, समझ गए ना? क्योंकि अपन सीधा हिसाब लाने बोरॉन एल्यूमिनियम गैलियम डन, साइज तो बढ़ूगा नीचे आते वक्त, एल्यूमिनियम का साइज गैलियम नालों घट होता है। डन। हुन देखो, हाँ जी बोलो। ठीक है, नाउ द इलेक्ट्रोनेगेटिविटी वैल्यूज। नाउ द इलेक्ट्रोनेगेटिविटी वैल्यूज। बोरॉन दी इलेक्ट्रोनेगेटिविटी इज 2, एल्यूमिनियम इस तो की होनी चाहिए है कट, तो 1.6, 1.7, 1.8, 1.9। so contrary to our expectation इलेक्ट्रोनेगेटिविटी ये भी तुसी कह सकते हो कि लगभग सेम ही रहती है जिवें अपन इत्थे किया सी, देखो बट थोड़ी थोड़ी बढ़ती जाती है। सो आप कहांगे कि इस ग्रुप दी देखो जी, बाकी सारे ग्रुप्स जेड़ा मर्जी चक लो, नाइट्रोजन वाली फैमिली सब तो उत्ते नाइट्रोजन सी, सब तो नीचे बिस्मथ, तो मैं कह सकदा कि नाइट्रोजन इज द मोस्ट इलेक्ट्रोनेगेटिव एलिमेंट एंड बिस्मथ इज द मोस्ट इलेक्ट्रो पॉजिटिव एलिमेंट। डन। ठीक है, बट इत्थे की है बोरॉन इज द मोस्ट इलेक्ट्रोनेगेटिव एलिमेंट, एल्यूमिनियम इज द मोस्ट इलेक्ट्रो पॉजिटिव। ठीक है, सो एक जनरल चीज़ां सी ਜਿਹੜੀਆਂ ਕਿ ਪੀ ਬਲੌਕ ਸ਼ੁਰੂ ਕਰਨ ਤੋਂ ਪਹਿਲਾਂ ਆਈ ਥਿੰਕ ਕਿ ਬੱਚਿਆਂ ਨੂੰ ਆਣੀਆਂ ਚਾਹੀਦੀਆਂ। ਪ੍ਰੋਪਰਟੀਜ਼ ਕਰਨ ਤੇ ਆਪਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗੂਗਾ, ਵਿਦਿਨ 2 or 3 days we'll wrap up the P block। done। so ਕੱਲ ਜਦੋਂ ਤੁਸੀਂ ਸਾਰੇ ਆਨੇ ਹੋ ਤਾਂ ਸਾਰਾ ਕੋਲ P block ਦੇ ਨੋਟਸ ਹੋਣ and we shall start from the notes। ਠੀਕ ਹੈ ਜੀ, ਥੈਂਕ ਯੂ।